ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਐਮਰਜੈਂਸੀ ਕਦਮ ਚੁੱਕ ਸਕਦੇ ਨੇ। ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿੱਚ ਫੰਡਿੰਗ ਸੰਕਟ ਦੇ ਕਾਰਨ ਕਈ TSA ਅਧਿਕਾਰੀਆਂ ਨੂੰ ਤਨਖਾਹ ਨਹੀਂ ਮਿਲੀ, ਜਿਸ ਦੇ ਨਾਲ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਈਨਾਂ ਤੇ ਸਟਾਫ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਥਿਤੀ ਸੰਭਾਲਣ ਦੇ ਲਈ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਨੇਟ ਵਿੱਚ ਫੰਡਿੰਗ ਬਿੱਲ ਉਤੇ ਰਾਜਨੀਤਿਕ ਅੜਚਨ ਜਾਰੀ ਹੈ। ਹੁਣ ਸਵਾਲ ਇਹ ਹੈ ਕਿ ਜਲਦੀ ਹੱਲ ਨਿਕਲੇਗਾ ਜਾਂ ਇਹ ਸੰਕਟ ਹੋਰ ਵੀ ਗੰਭੀਰ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਯਾਨੀ ਕਿ TSA ਦੇ ਅਧਿਕਾਰੀਆਂ ਨੂੰ ਤਨਖਾਹ ਦੇਣ ਦੇ ਲਈ ਇੱਕ ਐਮਰਜੈਂਸੀ ਆਦੇਸ਼ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿੱਚ ਚੱਲ ਰਹੇ ਫੰਡਿੰਗ ਸੰਕਟ ਦੇ ਕਾਰਨ ਤਨਖਾਹ ਤੋਂ ਵਾਂਝੇ ਰਹਿ ਰਹੇ TSA ਕਰਮਚਾਰੀਆਂ ਨੂੰ ਤੁਰੰਤ ਭੁਗਤਾਨ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣਗੇ। ਉਹਨਾਂ ਦੇ ਅਨੁਸਾਰ ਇਹ ਕਦਮ ਦੇਸ਼ ਦੀ ਸੁਰੱਖਿਆ ਤੇ ਹਵਾਈ ਅੱਡਿਆਂ ਉੱਤੇ ਸਥਿਤੀ ਨੂੰ ਨਿਯੰਤਰਿਤ ਕਰਨ ਦੇ ਲਈ ਬਹੁਤ ਜ਼ਰੂਰੀ ਨੇ। ਟਰੰਪ ਨੇ ਆਪਣੇ ਬਿਆਨ ਦੇ ਵਿੱਚ ਡੈਮੋਕ੍ਰੇਟਸ ਉੱਤੇ ਤਿੱਖੀ ਆਲੋਚਨਾ ਕੀਤੀ ਹੈ ਅਤੇ ਮੌਜੂਦਾ ਸੰਕਟ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਦੇਸ਼ ਇੱਕ ਗੰਭੀਰ ਰਾਸ਼ਟਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਆਪਣੇ ਅਧਿਕਾਰਾਂ ਦੇ ਅਧੀਨ ਹਰ ਸੰਭਵ ਕਦਮ ਚੁੱਕਣਗੇ। ਤੁਹਾਨੂੰ ਦੱਸ ਦਈਏ ਕਿ ਮਾਰਚ ਦੇ ਮੱਧ ਦੇ ਵਿੱਚ TSA ਅਧਿਕਾਰੀਆਂ ਨੂੰ ਆਪਣੀ ਪਹਿਲੀ ਪੂਰੀ ਤਨਖਾਹ ਨਹੀਂ ਮਿਲੀ ਸੀ, ਜਿਸ ਦਾ ਸਿੱਧਾ ਅਸਰ ਦੇਸ਼ ਭਰ ਦੇ ਹਵਾਈ ਅੱਡਿਆਂ ਉੱਤੇ ਵੇਖਣ ਨੂੰ ਮਿਲਿਆ। ਕਈ ਕਰਮਚਾਰੀਆਂ ਨੇ ਕੰਮ ਉੱਤੇ ਆਉਣਾ ਵੀ ਛੱਡ ਦਿੱਤਾ, ਜਿਸ ਦੇ ਨਾਲ ਸਟਾਫ ਦੀ ਭਾਰੀ ਕਮੀ ਪੈਦਾ ਹੋ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹਵਾਈ ਅੱਡਿਆਂ ਉੱਤੇ ਸੁਰੱਖਿਆ ਜਾਂਚ ਦੀਆਂ ਲਾਈਨਾਂ ਕਾਫੀ ਲੰਬੀਆਂ ਹੋ ਗਈਆਂ। ਕੁਝ ਥਾਵਾਂ ਉੱਤੇ ਯਾਤਰੀਆਂ ਨੂੰ 4-4 ਘੰਟੇ ਤੱਕ ਇੰਤਜ਼ਾਰ ਵੀ ਕਰਨਾ ਪਿਆ। ਸਥਿਤੀ ਨੂੰ ਸੰਭਾਲਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ICE ਦੇ ਅਧਿਕਾਰੀਆਂ ਨੂੰ ਹਵਾਈ ਅੱਡਿਆਂ ਉੱਤੇ ਤਾਇਨਾਤ ਕੀਤਾ ਗਿਆ। ਇਹ ਅਧਿਕਾਰੀ ਮੁੱਖ ਤੌਰ ਉੱਤੇ ਭੀੜ ਪ੍ਰਬੰਧਨ ਅਤੇ ਬੁਨਿਆਦੀ ਕੰਮਾਂ ਦੇ ਵਿੱਚ ਸਹਾਇਤਾ ਕਰ ਰਹੇ ਨੇ, ਤਾਂ ਜੋ TSA ਅਧਿਕਾਰੀ ਆਪਣੇ ਮੁੱਖ ਸੁਰੱਖਿਆ ਕੰਮਾਂ ਉੱਤੇ ਧਿਆਨ ਦੇ ਸਕਣ। ਹਾਲਾਂਕਿ ਇਹ ਹਾਲੇ ਵੀ ਸਪਸ਼ਟ ਨਹੀਂ ਹੈ ਕਿ ਜੇ TSA ਕਰਮਚਾਰੀਆਂ ਨੂੰ ਮੁੜ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ICE ਅਧਿਕਾਰੀਆਂ ਨੂੰ ਤੁਰੰਤ ਹਟਾਇਆ ਜਾਵੇਗਾ ਜਾਂ ਨਹੀਂ। ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ICE ਜ਼ਰੂਰਤ ਪੈਣ ਤੱਕ ਹਵਾਈ ਅੱਡਿਆਂ ਉੱਤੇ ਤਾਇਨਾਤ ਰਹੇਗਾ। ਦੂਜੇ ਪਾਸੇ ਸੈਨੇਟ ਵਿੱਚ ਫੰਡਿੰਗ ਬਿੱਲ ਉਤੇ ਰਾਜਨੀਤਿਕ ਅੜਚਨ ਜਾਰੀ ਹੈ। ਰਿਪਬਲਿਕਨ ਅਤੇ ਡੈਮੋਕ੍ਰੇਟਸ ਵਿਚਕਾਰ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਇਹ ਸੰਕਟ ਹੋਰ ਵੀ ਗੰਭੀਰ ਹੋ ਗਿਆ। ਵਾਈਟ ਹਾਊਸ ਦੇ ਵੱਲੋਂ ਕਿਹਾ ਗਿਆ ਹੈ ਕਿ ਹਾਲਾਤਾਂ ਨੂੰ ਸੁਧਾਰਨ ਦੇ ਲਈ ਵੱਖ-ਵੱਖ ਵਿਕਲਪਾਂ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਪਰ ਇਸ ਸਮੇਂ ਤੱਕ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਯਾਤਰੀਆਂ ਦੇ ਲਈ ਕੁਝ ਰਾਹਤ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਤਨਖਾਹਾਂ ਜਾਰੀ ਹੋ ਜਾਂਦੀਆਂ ਨੇ ਅਤੇ TSA ਕਰਮਚਾਰੀ ਵਾਪਸ ਡਿਊਟੀ ਉੱਤੇ ਆ ਜਾਂਦੇ ਨੇ ਤਾਂ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਈਨਾਂ ਹੌਲੀ-ਹੌਲੀ ਘੱਟ ਹੋ ਸਕਦੀਆਂ ਨੇ। ਫਿਲਹਾਲ ਸਾਰੀ ਦੁਨੀਆ ਦੀ ਨਜ਼ਰ ਇਸ ਗੱਲ ਉੱਤੇ ਟਿਕੀ ਹੋਈ ਹੈ ਕਿ ਅਮਰੀਕੀ ਸਰਕਾਰ ਇਸ ਸੰਕਟ ਨੂੰ ਕਿਵੇਂ ਸੰਭਾਲਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ। ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਐਮਰਜੈਂਸੀ ਕਦਮ ਚੁੱਕ ਸਕਦੇ ਨੇ। ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿੱਚ ਫੰਡਿੰਗ ਸੰਕਟ ਦੇ ਕਾਰਨ ਕਈ TSA ਅਧਿਕਾਰੀਆਂ ਨੂੰ ਤਨਖਾਹ ਨਹੀਂ ਮਿਲੀ, ਜਿਸ ਦੇ ਨਾਲ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਈਨਾਂ ਤੇ ਸਟਾਫ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਥਿਤੀ ਸੰਭਾਲਣ ਦੇ ਲਈ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਨੇਟ ਵਿੱਚ ਫੰਡਿੰਗ ਬਿੱਲ ਉਤੇ ਰਾਜਨੀਤਿਕ ਅੜਚਨ ਜਾਰੀ ਹੈ। ਹੁਣ ਸਵਾਲ ਇਹ ਹੈ ਕਿ ਜਲਦੀ ਹੱਲ ਨਿਕਲੇਗਾ ਜਾਂ ਇਹ ਸੰਕਟ ਹੋਰ ਵੀ ਗੰਭੀਰ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਯਾਨੀ ਕਿ TSA ਦੇ ਅਧਿਕਾਰੀਆਂ ਨੂੰ ਤਨਖਾਹ ਦੇਣ ਦੇ ਲਈ ਇੱਕ ਐਮਰਜੈਂਸੀ ਆਦੇਸ਼ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿੱਚ ਚੱਲ ਰਹੇ ਫੰਡਿੰਗ ਸੰਕਟ ਦੇ ਕਾਰਨ ਤਨਖਾਹ ਤੋਂ ਵਾਂਝੇ ਰਹਿ ਰਹੇ TSA ਕਰਮਚਾਰੀਆਂ ਨੂੰ ਤੁਰੰਤ ਭੁਗਤਾਨ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣਗੇ। ਉਹਨਾਂ ਦੇ ਅਨੁਸਾਰ ਇਹ ਕਦਮ ਦੇਸ਼ ਦੀ ਸੁਰੱਖਿਆ ਤੇ ਹਵਾਈ ਅੱਡਿਆਂ ਉੱਤੇ ਸਥਿਤੀ ਨੂੰ ਨਿਯੰਤਰਿਤ ਕਰਨ ਦੇ ਲਈ ਬਹੁਤ ਜ਼ਰੂਰੀ ਨੇ। ਟਰੰਪ ਨੇ ਆਪਣੇ ਬਿਆਨ ਦੇ ਵਿੱਚ ਡੈਮੋਕ੍ਰੇਟਸ ਉੱਤੇ ਤਿੱਖੀ ਆਲੋਚਨਾ ਕੀਤੀ ਹੈ ਅਤੇ ਮੌਜੂਦਾ ਸੰਕਟ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਦੇਸ਼ ਇੱਕ ਗੰਭੀਰ ਰਾਸ਼ਟਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਆਪਣੇ ਅਧਿਕਾਰਾਂ ਦੇ ਅਧੀਨ ਹਰ ਸੰਭਵ ਕਦਮ ਚੁੱਕਣਗੇ। ਤੁਹਾਨੂੰ ਦੱਸ ਦਈਏ ਕਿ ਮਾਰਚ ਦੇ ਮੱਧ ਦੇ ਵਿੱਚ TSA ਅਧਿਕਾਰੀਆਂ ਨੂੰ ਆਪਣੀ ਪਹਿਲੀ ਪੂਰੀ ਤਨਖਾਹ ਨਹੀਂ ਮਿਲੀ ਸੀ, ਜਿਸ ਦਾ ਸਿੱਧਾ ਅਸਰ ਦੇਸ਼ ਭਰ ਦੇ ਹਵਾਈ ਅੱਡਿਆਂ ਉੱਤੇ ਵੇਖਣ ਨੂੰ ਮਿਲਿਆ। ਕਈ ਕਰਮਚਾਰੀਆਂ ਨੇ ਕੰਮ ਉੱਤੇ ਆਉਣਾ ਵੀ ਛੱਡ ਦਿੱਤਾ, ਜਿਸ ਦੇ ਨਾਲ ਸਟਾਫ ਦੀ ਭਾਰੀ ਕਮੀ ਪੈਦਾ ਹੋ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹਵਾਈ ਅੱਡਿਆਂ ਉੱਤੇ ਸੁਰੱਖਿਆ ਜਾਂਚ ਦੀਆਂ ਲਾਈਨਾਂ ਕਾਫੀ ਲੰਬੀਆਂ ਹੋ ਗਈਆਂ।
ਕੁਝ ਥਾਵਾਂ ਉੱਤੇ ਯਾਤਰੀਆਂ ਨੂੰ 4-4 ਘੰਟੇ ਤੱਕ ਇੰਤਜ਼ਾਰ ਵੀ ਕਰਨਾ ਪਿਆ। ਸਥਿਤੀ ਨੂੰ ਸੰਭਾਲਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ਆਈਸ ਦੇ ਅਧਿਕਾਰੀਆਂ ਨੂੰ ਹਵਾਈ ਅੱਡਿਆਂ ਉੱਤੇ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਮੁੱਖ ਤੌਰ ਉੱਤੇ ਭੀੜ ਪ੍ਰਬੰਧਨ ਅਤੇ ਬੁਨਿਆਦੀ ਕੰਮਾਂ ਦੇ ਵਿੱਚ ਸਹਾਇਤਾ ਕਰ ਰਹੇ ਨੇ ਤਾਂ ਜੋ TSA ਅਧਿਕਾਰੀ ਆਪਣੇ ਮੁੱਖ ਸੁਰੱਖਿਆ ਕੰਮਾਂ ਉੱਤੇ ਧਿਆਨ ਦੇ ਸਕਣ। ਹਾਲਾਂਕਿ ਹਾਲੇ ਵੀ ਸਪਸ਼ਟ ਨਹੀਂ ਹੈ ਕਿ ਜੇ TSA ਕਰਮਚਾਰੀਆਂ ਨੂੰ ਮੁੜ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਈਸ ਅਧਿਕਾਰੀਆਂ ਨੂੰ ਤੁਰੰਤ ਹਟਾਇਆ ਜਾਵੇਗਾ ਜਾਂ ਨਹੀਂ। ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਆਈਸ ਜ਼ਰੂਰਤ ਪੈਣ ਤੱਕ ਹਵਾਈ ਅੱਡਿਆਂ ਉੱਤੇ ਤਾਇਨਾਤ ਰਹੇਗਾ। ਦੂਜੇ ਪਾਸੇ ਸੈਨੇਟ ਵਿੱਚ ਫੰਡਿੰਗ ਬਿੱਲ ਉਤੇ ਰਾਜਨੀਤਿਕ ਅੜਚਨ ਜਾਰੀ ਹੈ। ਰਿਪਬਲਿਕਨ ਅਤੇ ਡੈਮੋਕ੍ਰੇਟਸ ਵਿਚਕਾਰ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਇਹ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ। ਵਾਈਟ ਹਾਊਸ ਦੇ ਵੱਲੋਂ ਕਿਹਾ ਗਿਆ ਹੈ ਕਿ ਹਾਲਾਤਾਂ ਨੂੰ ਸੁਧਾਰਨ ਦੇ ਲਈ ਵੱਖ-ਵੱਖ ਵਿਕਲਪਾਂ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਪਰ ਇਸ ਸਮੇਂ ਤੱਕ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਯਾਤਰੀਆਂ ਦੇ ਲਈ ਕੁਝ ਰਾਹਤ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਤਨਖਾਹਾਂ ਜਾਰੀ ਹੋ ਜਾਂਦੀਆਂ ਨੇ ਅਤੇ TSA ਕਰਮਚਾਰੀ ਵਾਪਸ ਡਿਊਟੀ ਉੱਤੇ ਆ ਜਾਂਦੇ ਨੇ ਤਾਂ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਈਨਾਂ ਹੌਲੀ-ਹੌਲੀ ਘੱਟ ਹੋ ਸਕਦੀਆਂ ਨੇ। ਫਿਲਹਾਲ ਸਾਰੀ ਦੁਨੀਆ ਦੀ ਨਜ਼ਰ ਇਸ ਗੱਲ ਉੱਤੇ ਟਿਕੀ ਹੋਈ ਹੈ ਕਿ ਅਮਰੀਕੀ ਸਰਕਾਰ ਇਸ ਸੰਕਟ ਨੂੰ ਕਿਵੇਂ ਸੰਭਾਲਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ। ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਐਮਰਜੈਂਸੀ ਕਦਮ ਚੁੱਕ ਸਕਦੇ ਨੇ। ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿੱਚ ਫੰਡਿੰਗ ਸੰਕਟ ਦੇ ਕਾਰਨ ਕਈ TSA ਅਧਿਕਾਰੀਆਂ ਨੂੰ ਤਨਖਾਹ ਨਹੀਂ ਮਿਲੀ, ਜਿਸ ਦੇ ਨਾਲ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਈਨਾਂ ਤੇ ਸਟਾਫ ਦੀ ਕਮੀ ਵੇਖਣ ਨੂੰ ਮਿਲ ਰਹੀ ਹੈ। ਸਥਿਤੀ ਸੰਭਾਲਣ ਦੇ ਲਈ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੈਨੇਟ ਵਿੱਚ ਫੰਡਿੰਗ ਬਿੱਲ ਉਤੇ ਰਾਜਨੀਤਿਕ ਅੜਚਨ ਜਾਰੀ ਹੈ। ਹੁਣ ਸਵਾਲ ਇਹ ਹੈ ਕਿ ਜਲਦੀ ਹੱਲ ਨਿਕਲੇਗਾ ਜਾਂ ਇਹ ਸੰਕਟ ਹੋਰ ਵੀ ਗੰਭੀਰ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਯਾਨੀ ਕਿ TSA ਦੇ ਅਧਿਕਾਰੀਆਂ ਨੂੰ ਤਨਖਾਹ ਦੇਣ ਦੇ ਲਈ ਇੱਕ ਐਮਰਜੈਂਸੀ ਆਦੇਸ਼ ਜਾਰੀ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਵਿੱਚ ਚੱਲ ਰਹੇ ਫੰਡਿੰਗ ਸੰਕਟ ਦੇ ਕਾਰਨ ਤਨਖਾਹ ਤੋਂ ਵਾਂਝੇ ਰਹਿ ਰਹੇ TSA ਕਰਮਚਾਰੀਆਂ ਨੂੰ ਤੁਰੰਤ ਭੁਗਤਾਨ ਯਕੀਨੀ ਬਣਾਉਣ ਦੇ ਲਈ ਕਦਮ ਚੁੱਕਣਗੇ। ਉਹਨਾਂ ਦੇ ਅਨੁਸਾਰ ਇਹ ਕਦਮ ਦੇਸ਼ ਦੀ ਸੁਰੱਖਿਆ ਤੇ ਹਵਾਈ ਅੱਡਿਆਂ ਉੱਤੇ ਸਥਿਤੀ ਨੂੰ ਨਿਯੰਤਰਿਤ ਕਰਨ ਦੇ ਲਈ ਬਹੁਤ ਜ਼ਰੂਰੀ ਨੇ। ਟਰੰਪ ਨੇ ਆਪਣੇ ਬਿਆਨ ਦੇ ਵਿੱਚ ਡੈਮੋਕ੍ਰੇਟਸ ਉੱਤੇ ਤਿੱਖੀ ਆਲੋਚਨਾ ਕੀਤੀ ਹੈ ਅਤੇ ਮੌਜੂਦਾ ਸੰਕਟ ਲਈ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਦੇਸ਼ ਇੱਕ ਗੰਭੀਰ ਰਾਸ਼ਟਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਹ ਆਪਣੇ ਅਧਿਕਾਰਾਂ ਦੇ ਅਧੀਨ ਹਰ ਸੰਭਵ ਕਦਮ ਚੁੱਕਣਗੇ। ਤੁਹਾਨੂੰ ਦੱਸ ਦਈਏ ਕਿ ਮਾਰਚ ਦੇ ਮੱਧ ਦੇ ਵਿੱਚ TSA ਅਧਿਕਾਰੀਆਂ ਨੂੰ ਆਪਣੀ ਪਹਿਲੀ ਪੂਰੀ ਤਨਖਾਹ ਨਹੀਂ ਮਿਲੀ ਸੀ, ਜਿਸ ਦਾ ਸਿੱਧਾ ਅਸਰ ਦੇਸ਼ ਭਰ ਦੇ ਹਵਾਈ ਅੱਡਿਆਂ ਉੱਤੇ ਵੇਖਣ ਨੂੰ ਮਿਲਿਆ। ਕਈ ਕਰਮਚਾਰੀਆਂ ਨੇ ਕੰਮ ਉੱਤੇ ਆਉਣਾ ਵੀ ਛੱਡ ਦਿੱਤਾ, ਜਿਸ ਦੇ ਨਾਲ ਸਟਾਫ ਦੀ ਭਾਰੀ ਕਮੀ ਪੈਦਾ ਹੋ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ ਹਵਾਈ ਅੱਡਿਆਂ ਉੱਤੇ ਸੁਰੱਖਿਆ ਜਾਂਚ ਦੀਆਂ ਲਾਈਨਾਂ ਕਾਫੀ ਲੰਬੀਆਂ ਹੋ ਗਈਆਂ। ਕੁਝ ਥਾਵਾਂ ਉੱਤੇ ਯਾਤਰੀਆਂ ਨੂੰ 4-4 ਘੰਟੇ ਤੱਕ ਇੰਤਜ਼ਾਰ ਵੀ ਕਰਨਾ ਪਿਆ। ਸਥਿਤੀ ਨੂੰ ਸੰਭਾਲਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਯਾਨੀ ਕਿ ਆਈਸ ਦੇ ਅਧਿਕਾਰੀਆਂ ਨੂੰ ਹਵਾਈ ਅੱਡਿਆਂ ਉੱਤੇ ਤਾਇਨਾਤ ਕੀਤਾ ਗਿਆ। ਇਹ ਅਧਿਕਾਰੀ ਮੁੱਖ ਤੌਰ ਉੱਤੇ ਭੀੜ ਪ੍ਰਬੰਧਨ ਅਤੇ ਬੁਨਿਆਦੀ ਕੰਮਾਂ ਦੇ ਵਿੱਚ ਸਹਾਇਤਾ ਕਰ ਰਹੇ ਨੇ ਤਾਂ ਜੋ TSA ਅਧਿਕਾਰੀ ਆਪਣੇ ਮੁੱਖ ਸੁਰੱਖਿਆ ਕੰਮਾਂ ਉੱਤੇ ਧਿਆਨ ਦੇ ਸਕਣ। ਹਾਲਾਂਕਿ ਹਾਲੇ ਵੀ ਸਪਸ਼ਟ ਨਹੀਂ ਹੈ ਕਿ ਜੇ TSA ਕਰਮਚਾਰੀਆਂ ਨੂੰ ਮੁੜ ਤਨਖਾਹ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਈਸ ਅਧਿਕਾਰੀਆਂ ਨੂੰ ਤੁਰੰਤ ਹਟਾਇਆ ਜਾਵੇਗਾ ਜਾਂ ਨਹੀਂ। ਟਰੰਪ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਆਈਸ ਜ਼ਰੂਰਤ ਪੈਣ ਤੱਕ ਹਵਾਈ ਅੱਡਿਆਂ ਉੱਤੇ ਤਾਇਨਾਤ ਰਹੇਗਾ। ਦੂਜੇ ਪਾਸੇ ਸੈਨੇਟ ਵਿੱਚ ਫੰਡਿੰਗ ਬਿੱਲ ਉਤੇ ਰਾਜਨੀਤਿਕ ਅੜਚਨ ਜਾਰੀ ਹੈ। ਰਿਪਬਲਿਕਨ ਅਤੇ ਡੈਮੋਕ੍ਰੇਟਸ ਵਿਚਕਾਰ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਇਹ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ। ਵਾਈਟ ਹਾਊਸ ਦੇ ਵੱਲੋਂ ਕਿਹਾ ਗਿਆ ਹੈ ਕਿ ਹਾਲਾਤਾਂ ਨੂੰ ਸੁਧਾਰਨ ਦੇ ਲਈ ਵੱਖ-ਵੱਖ ਵਿਕਲਪਾਂ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਪਰ ਇਸ ਸਮੇਂ ਤੱਕ ਕੋਈ ਵੀ ਅੰਤਿਮ ਫੈਸਲਾ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਯਾਤਰੀਆਂ ਦੇ ਲਈ ਕੁਝ ਰਾਹਤ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਤਨਖਾਹਾਂ ਜਾਰੀ ਹੋ ਜਾਂਦੀਆਂ ਨੇ ਅਤੇ TSA ਕਰਮਚਾਰੀ ਵਾਪਸ ਡਿਊਟੀ ਉੱਤੇ ਆ ਜਾਂਦੇ ਨੇ ਤਾਂ ਹਵਾਈ ਅੱਡਿਆਂ ਉੱਤੇ ਲੰਬੀਆਂ ਲਾਈਨਾਂ ਹੌਲੀ-ਹੌਲੀ ਘੱਟ ਹੋ ਸਕਦੀਆਂ ਨੇ। ਫਿਲਹਾਲ ਸਾਰੀ ਦੁਨੀਆ ਦੀ ਨਜ਼ਰ ਇਸ ਗੱਲ ਉੱਤੇ ਟਿਕੀ ਹੋਈ ਹੈ ਕਿ ਅਮਰੀਕੀ ਸਰਕਾਰ ਇਸ ਸੰਕਟ ਨੂੰ ਕਿਵੇਂ ਸੰਭਾਲਦੀ ਹੈ।